दोस्तों हाजिर हाँ एक होर वीडियो रिपोर्ट लैके चैनल रितेश लखियान प्लग्ड उत्ते ते अज दिस वीडियो रिपोर्ट विच मैं गल करांगा मोगा दी अदालत वल्लों वीरवार नूं सुनाया गया एक फैसला जिस विच कि मोगा जिले दे मलके पिंड विच साल 2015 4 नवंबर नूं जिहड़ी बेअदबी दी घटना हुई सी श्री गुरु ग्रंथ साहिब जी दे अंग जिहड़े सी उन्हां नूं पाड़ के सिੱਟता गया सी। उस केस दे विच फैसला आया है ते 3 लोकां नूं सज़ा सुनाई गई है। 3-3 साल दी कैद जिहड़ी है ਉਹ मिठू सिंह पिरथी सिंह ते अमनदीप ਨਾਂ ਦੇ ਇਹਨਾਂ 3 ਮੁਲਜ਼ਮਾਂ ਨੂੰ ਸੁਣਾਈ ਗਈ ਹੈ ਜੋ ਕਿ ਹੁਣ ਮੁਜਰਮ ਹੈਗੇ ਨੇ। 2 ਲੋਕਾਂ ਨੂੰ ਇਸ ਕੇਸ ਦੇ ਵਿੱਚ ਬਰੀ ਵੀ ਕਰਤਾ ਹੈ ਕਿਉਂਕਿ ਲੋੜੀਂਦੇ ਸਬੂਤ ਉਹਨਾਂ ਦੇ ਖਿਲਾਫ ਨਹੀਂ ਲੱਭੇ। ਲੇਕਿਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤਿੰਨੋਂ ਜਿਹੜੇ ਮੁਲਜ਼ਮ ਹੈਗੇ ਨੇ ਇਹਨਾਂ ਦਾ ਸੰਪਰਕ ਤੇ ਇਹਨਾਂ ਦਾ ਲਿੰਕ ਡੇਰਾ ਸੱਚਾ ਸੌਦਾ ਦੇ ਨਾਲ ਰਿਹਾ ਹੈ। ਇਸ ਤੋਂ ਪਹਿਲਾਂ ਯਾਨੀ ਕਿ ਮਲਕੇ ਦੀ ਇਸ ਘਟਨਾ ਤੋਂ ਪਹਿਲਾਂ ਵੀ 3 ਵੱਡੀਆਂ ਘਟਨਾਵਾਂ ਹੋਈਆਂ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਤੇ ਜਿਹੜੇ ਪੋਸਟਰ ਦਾ ਵਿਵਾਦ ਸੀ। ਅਲੱਗ-ਅਲੱਗ ਘਟਨਾਵਾਂ ਦੇ ਤਹਿਤ ਬੇਦਬੀਆਂ ਹੁੰਦੀਆਂ ਹੋਈਆਂ ਵੇਖੀਆਂ ਗਈਆਂ ਤੇ ਇਸ ਦੇ ਨਾਲ ਇੱਕ ਹੋਰ ਪਿੰਡ ਸੀ ਗੁਰੂਸਰ ਜਿੱਥੇ ਕਿ ਮਲਕੇ ਦੇ ਨਾਲ ਹੀ ਬੇਦਬੀ ਦੀ ਇੱਕ ਵਾਰਦਾਤ ਵੇਖਣ ਵਿੱਚ ਮਿਲੀ ਸੀ। ਸੋ ਇਹਨਾਂ ਪੰਜੋਂ ਬੇਦਬੀ ਦੇ ਮਾਮਲੇ ਜੋ ਕਿ ਅਕਤੂਬਰ ਤੇ ਨਵੰਬਰ ਦੇ ਕੁਝ ਹਫ਼ਤਿਆਂ ਦੌਰਾਨ 2015 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਉਹਨਾਂ ਵਿੱਚੋਂ ਪਹਿਲਾ ਇਹ ਫੈਸਲਾ ਅਦਾਲਤ ਨੇ ਸੁਣਾਇਆ ਹੈ ਜਿਸ ਵਿੱਚ 3 ਲੋਕਾਂ ਨੂੰ ਸਜ਼ਾ ਮਿਲੀ ਹੈ। ਇਹ फैसला सुनद्या ही या इस फैसले की खबर लगद्या ही सियासी पार्टियां ने इस सो कॉल्ड इंसाफ का सिरा अपने सिर ते बन्नण का एक अभियान जा शुरू करता। सब तो पहला अकाली दल ने अपने बयान जारी किए जिस विच कि उन्होंने कहा कि मलके का जिहड़ा केस सी उसनूं CBI नूं नहीं सी सौंपिया गया क्योंकि बुरजवार सिंह वाला ते बरगाड़ी की बेदबियां दे 3 अलग-अलग मामलों नूं 1 नवंबर ਨੂੰ ਪੰਜਾਬ ਸਰਕਾਰ ਨੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਹੈਂਡਓਵਰ ਕਰਤਾ ਸੀ। ਲੇਕਿਨ ਉਸ ਤੋਂ 3 ਦਿਨ ਬਾਅਦ ਇਹ ਮਲਕੇ ਦੀ ਘਟਨਾ ਹੋ ਜਾਂਦੀ ਹੈ ਤੇ ਇਸ ਕੇਸ ਦੇ ਵਿੱਚ ਤੇ ਇਸ ਦੇ ਨਾਲ ਹੀ ਗੁਰੂਸਰ ਦਾ ਜਿਹੜਾ ਬੇਅਦਬੀ ਦਾ ਕੇਸ ਸੀ ਉਹਨਾਂ ਕੇਸਾਂ ਦੇ ਵਿੱਚ ਤਫਤੀਸ਼ ਕੀਤੀ ਪੰਜਾਬ ਸਰਕਾਰ ਦੀ ਇੱਕ ਸਿੱਟ ਨੇ ਜਿਸ ਨੂੰ ਹੈਡ ਕਰ ਰਹੇ ਸਨ ਰਣਬੀਰ ਸਿੰਘ ਖੱਟੜਾ। ਸੋ ਅਕਾਲੀ ਦਲ ਨੇ ਅਜੇ ਤਰਕ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਸੂਬਾ ਸਰਕਾਰ ਤੇ ਉਸ ਦੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਤੇ ਇਹ ਜਿਹੜਾ ਫੈਸਲਾ ਅਦਾਲਤ ਦਾ ਆਇਆ ਹੈ ਜਿਹੜੀ ਸਜ਼ਾ ਦੋਸ਼ੀਆਂ ਨੂੰ ਸੁਣਾਈ ਗਈ ਹੈ ਇਹ ਬੇਦਬੀਆਂ ਦਾ ਇਨਸਾਫ ਹੈ ਜੋ ਕਿ ਉਹਨਾਂ ਦੀ ਸਰਕਾਰ ਵੱਲੋਂ ਰਾਜ ਸਰਕਾਰ ਦੀ ਪੁਲਿਸ ਦੀ ਇੱਕ ਸਿੱਟ ਦੀ ਤਫਤੀਸ਼ ਤੋਂ ਬਾਅਦ ਹੀ ਸੰਭਵ ਹੋ ਪਾਈ। ਸੋ ਅਜੀਬੋ ਗਰੀਬ ਜਿਹਾ ਢੰਗ ਸੀ ਇਸ ਚੀਜ਼ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨਾ ਅਕਾਲੀ ਦਲ ਵੱਲੋਂ। ਆਮ ਆਦਮੀ ਪਾਰਟੀ ਨੇ ਉਸ ਦਾ ਵੀ ਸਿਰਾ ਲਾਤਾ। ਉਹਨਾਂ ਦੇ ਤਾਂ ਰਾਘਵ ਚੱਡੇ ਵਰਗੇ ਜਾਂ ਹੋਰ ਜਿਹੜੇ ਲੀਡਰ ਹੈਗੇ ਨੇ ਹਰਪਾਲ ਚੀਮਾ ਜੋ ਕਿ ਸੂਬੇ ਦੇ ਖਜ਼ਾਨਾ ਮੰਤਰੀ ਹੈਗੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਤੀਆਂ। ਮਲਕੇ ਪਿੰਡ ਦੇ ਵਿੱਚ ਹੋਈ ਇਸ ਬੇਅਦਬੀ ਦੀ ਘਟਨਾ ਦੇ ਉੱਤੇ ਅਦਾਲਤ ਦੇ ਇਸ ਫੈਸਲੇ ਨੂੰ ਤੇ ਉਸ ਵਿੱਚ 3 ਸਾਲ ਦੀ ਕੈਦ ਦੋਸ਼ੀਆਂ ਨੂੰ ਸੁਣਾਏ ਜਾਣ ਨੂੰ ਇੱਕ ਬਹੁਤ ਹੀ ਵੱਡੀ ਪ੍ਰਾਪਤੀ ਵਜੋਂ ਦੇਖਣ ਤੇ ਸਮਝਣ ਵਾਲੀ ਇਹਨਾਂ ਸਿਆਸੀ ਪਾਰਟੀਆਂ ਨੂੰ ਸੋਚਣ ਦੀ ਲੋੜ ਤਾਂ ਇਹ ਹੈ कि ये लोग सिर्फ 3-3 साल दियां दोषियों नूं सज़ावां करा के ही इस नूं अपनी प्राप्ति क्यों दस रहे ने। ये पार्टियां ते इन्हां दे लीडरां नूं ये चीज़ क्यों समझ विच नहीं आउंदी कि पंजाब दे विच बीते 6 सालां दे विच विधान सभा ने 2 अलग-अलग मौक़िਆਂ ਦੇ ਉੱਤੇ क्रिमिनल अमेंडमेंट बिल लिआंदे ने। IPC ਦੇ सैक्शन 295 ਦੇ ਵਿੱਚ एक अमेंडमेंट की जाए। इस दा बिल 2016 ਦੇ ਵਿੱਚ अकाली दल ਦੀ ਸਰਕਾਰਾਂ ने ਲਿਆਂਦਾ जिसनों कि सेंटर ने ऑब्जेक्शन ला के वापस भेजता। उस तो बाद कैप्टन अमरिंदर सिंह की सरकार ने 2018 ਦੇ ਵਿੱਚ IPC अमेंडमेंट बिल पंजाब अमेंडमेंट बिल 2018 ਤੇ क्रिमिनल प्रोसीजर अमेंडमेंट बिल पंजाब अमेंडमेंट बिल 2018 ये 2 अलग-अलग बिल फिर अगस्त ਤੇ ਸਤੰਬਰ ਦੇ ਮਹੀਨੇ ਵਿੱਚ ਲਿਆਂਦੇ। ਸਤੰਬਰ 2018 ਦੇ ਵਿੱਚ ਪੰਜਾਬ ਦੇ ਰਾਜਪਾਲ ਵੱਲੋਂ ਵੀ ਮਨਜ਼ੂਰੀ ਮਿਲਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਰਾਸ਼ਟਰਪਤੀ ਨੂੰ ਇਹਨਾਂ ਬਿੱਲਾਂ ਨੂੰ ਭੇਜਿਆ ਗਿਆ वैट कराने लई या कह ली कि प्रेजिडेंशियल एसेंट मंजूरी जिहड़ी सी चाहिदी सी लेकिन 4 साल बीत जाने तो बाद भी केंद्र सरकार या राष्ट्रपति वालों मंजूरी नहीं मिली है। ये जिहड़ा एक्ट बहुत ही महत्वपूर्ण इंडियन पीनल कोड का सैक्शन है वो है 295 ते 295 ए जिन्हां दे तहत बेअदबी के मामलों को डील किया जाता है। धार्मिक भावनावां नूं ठेस पहुँचाण के जिहड़े मुकदमे ने वो 295 ए दे तहत रजिस्टर किए जाते हैं। लेकिन पंजाब विधान सभा दे विच 295 डबल ए ना दा एक क्लॉज जिहड़ा सी उसनूं शामिल कर लिया गया सी इस प्रपोज्ड बिल या अमेंडमेंट बिल दे विच जो कि गवर्नर के एसेंट तो बाद राष्ट्रपति कोल गया होया है तो वापस नहीं आया। इस 295 डबल ए का मतलब सी कि सज़ावां जिहड़ियां बेदबी के केसां दे विच ने उन्हां नूं जिहड़ी इस वक्त मैक्सिमम यानी कि ज़्यादा तो ज़्यादा 3 साल की सज़ा का कानून है जिस मुताबक ही मोगा के इस मलके के केस दे विच भी दोषियों नूं सज़ावां मुजरमां नूं सज़ावां सुनाईयां गईयां ने। लेकिन
295 AA ਦੇ ਤਹਿਤ ਇਸ ਸਜ਼ਾ ਨੂੰ ਵਧਾ ਕੇ 10 ਸਾਲ ਕੀਤਾ ਜਾ ਸਕਦਾ ਸੀ ਤੇ ਕੁਝ ਕੇਸਾਂ ਦੇ ਵਿੱਚ ਉਮਰ ਕੈਦ ਵੀ ਹੋਣੀ ਸੀ। ਆਪਾਂ ਮੰਨ ਕੇ ਚੱਲੀ ਕਿ 295 AA ਇੱਕ ਬਹੁਤ ਹੀ ਸਖਤ ਧਾਰਾ ਸੀ। ਅਕਾਲੀ ਦਲ ਦੇ ਸਮੇਂ ਉੱਤੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਅਕਾਲੀ ਦਲ ਦੇ ਉੱਤੇ ਦਬਾਅ ਐਡਾ ਵੱਧ ਚੁੱਕਾ ਸੀ ਕਿ ਮਾਰਚ 2016 ਦੇ ਵਿੱਚ ਪੰਜਾਬ ਸਰਕਾਰ ਨੇ, ਉਸ ਵਕਤ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹਨਾਂ ਅਮੈਂਡਮੈਂਟਸ ਨੂੰ ਇੰਟਰੋਡਿਊਸ ਕੀਤਾ। ਦਬਾਅ ਐਡਾ ਜ਼ਿਆਦਾ ਸੀ, ਪ੍ਰਭਾਵ ਐਡਾ ਜ਼ਿਆਦਾ ਸੀ, ਲੋਕਾਂ ਦਾ ਗੁੱਸਾ ਐਡਾ ਜ਼ਿਆਦਾ ਸੀ ਕਿ ਸਖਤ ਇੱਕ ਕਾਨੂੰਨ ਲਿਆਂਦਾ ਜਾਵੇ। ਉਸੇ ਤਹਿਤ ਇਹ ਜਿਹੜੀ ਮੱਦ ਸੀ ਉਸ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਹ ਮੰਨਿਆ ਗਿਆ ਸੀ ਕਿ ਜਿਹੜੇ ਕੇਸਾਂ ਦੇ ਵਿੱਚ 2 ਸਾਲ ਦੀ ਸਜ਼ਾ ਹੈ ਉਸ ਨੂੰ ਵਧਾ ਕੇ 10 ਸਾਲ ਕਰਤਾ ਜਾਵੇ। ਯਾਨੀ ਕਿ ਕਿਸੇ ਧਾਰਮਿਕ ਸਥਾਨ ਉੱਤੇ ਜੇ ਕੋਈ ਬੇਅਦਬੀ ਕੀਤੀ ਜਾਂਦੀ ਹੈ ਉਸ ਦੀ ਸਜ਼ਾ 2 ਸਾਲ ਤੋਂ ਵਧਾ ਕੇ 10 ਸਾਲ ਕਰਤੀ ਜਾਵੇ। ਤੇ ਜੇ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕੀਤੀ ਜਾਂਦੀ ਹੈ, ਜੋ ਕਿ ਸ਼ੁਰੂਆਤੀ ਪੜਾਅ ਜਾਂ ਫੇਸ ਦਾ ਜਿਹੜਾ ਕਾਨੂੰਨ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਵੇਲੇ ਬਣਿਆ ਸੀ, ਉਸ ਤਹਿਤ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁਤਲਕ ਹੀ ਸਖਤ ਕਾਨੂੰਨ ਤੇ ਸਖਤ ਸਜ਼ਾਵਾਂ ਦਾ ਪ੍ਰੋਵੀਜ਼ਨ ਐਡ ਕੀਤਾ ਗਿਆ। ਲੇਕਿਨ ਕੇਂਦਰ ਦੇ ਕੋਲੇ ਕਾਨੂੰਨ ਗਿਆ ਤੇ ਕੇਂਦਰ ਵੱਲੋਂ ਇਹ ਇਤਰਾਜ਼ ਲਗਾਇਆ ਗਿਆ ਤੇ ਇਹ ਕਿਹਾ ਗਿਆ ਕਿ ਸਿਰਫ ਇੱਕ ਧਰਮ ਵਿਸ਼ੇਸ਼ ਤੇ ਧਾਰਮਿਕ ਗ੍ਰੰਥ ਦੇ ਮੁਤਲਕ ਨਹੀਂ, ਬਲਕਿ ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥ ਜਾਂ ਪੁਸਤਕਾਂ ਜਿਹੜੀਆਂ ਹੈ, ਧਾਰਮਿਕ ਪੁਸਤਕਾਂ ਜਿਹੜੀਆਂ ਹੈ, ਉਹਨਾਂ ਨੂੰ ਵੀ ਕੰਸੀਡਰ ਕੀਤਾ ਜਾਵੇ ਤੇ ਇਸ ਬਿੱਲ ਦਾ ਹਿੱਸਾ ਬਣਾਇਆ ਜਾਵੇ। ਜਿਸ ਤੋਂ ਬਾਅਦ ਕਿ ਉਹ ਅਮੈਂਡਮੈਂਟਸ ਕੀਤੀਆਂ ਗਈਆਂ 2016 ਦੀ ਮੈਂ ਗੱਲਬਾਤ ਕਰ ਰਿਹਾ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਦੁਬਾਰਾ ਵੈਟ ਕਰਨ ਲਈ ਇਸ ਬਿੱਲ ਨੂੰ ਭੇਜਿਆ ਗਿਆ, ਜਿਸ ਤੋਂ ਬਾਅਦ ਕਈ ਮਹੀਨੇ ਤੱਕ ਕੇਂਦਰ ਸਰਕਾਰ ਦੇ ਕੋਲੇ ਬਿੱਲ ਰਿਹਾ। ਜਿਵੇਂ ਹੀ ਪੰਜਾਬ ਦੇ ਵਿੱਚ ਸਾਲ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਨਾਲ ਹੀ ਕੇਂਦਰ ਵੱਲੋਂ ਇਤਰਾਜ਼ ਲੱਗ ਕੇ, ਆਬਜੈਕਸ਼ਨ ਲੱਗ ਕੇ ਅਕਾਲੀ ਦਲ ਸਰਕਾਰ ਵੇਲੇ ਬਣਿਆ ਇਹ ਬਿੱਲ ਵਾਪਸ ਆ ਜਾਂਦਾ ਹੈ, ਜਿਸ ਤੋਂ ਬਾਅਦ ਕਿ ਇੱਕ ਨਵਾਂ ਬਿੱਲ ਜਿਹੜਾ ਹੈ ਪ੍ਰਪੋਜ਼ ਕੀਤਾ ਜਾਂਦਾ ਹੈ। ਅਗਸਤ ਅਤੇ ਸਤੰਬਰ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਨਾਂ ਸਾਰੀਆਂ ਤਰਮੀਮਾਂ ਜੋ ਕਿ ਕੇਂਦਰ 'ਚ ਆ ਰਿਹਾ ਸੀ ਤੇ ਜਿਸ ਤਰੀਕੇ ਦੀ ਪ੍ਰੋਵੀਜ਼ਨਸ ਤੇ ਮਦਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ ਤੈਅ ਹੋਈਆਂ ਸਨ, ਉਹਨਾਂ ਦੇ ਮੁਤਾਬਕ ਇੱਕ ਖਰੜਾ ਤਿਆਰ ਕਰਕੇ, ਇੱਕ ਬਿੱਲ ਤਿਆਰ ਕਰਕੇ ਇਸ ਨੂੰ ਵਿਧਾਨ ਸਭਾ ਦੇ ਵਿੱਚ ਦੁਬਾਰਾ ਪਾਸ ਕਰਾਇਆ ਗਿਆ। 2016 ਤੋਂ ਬਾਅਦ ਇਹ ਦੂਸਰਾ ਮੌਕਾ ਸੀ ਜਿਸ ਤੋਂ ਬਾਅਦ ਕਿ ਇਸ ਬਿੱਲ ਨੂੰ ਗਵਰਨਰ ਦਾ ਐਸੈਂਟ ਲੈ ਕੇ ਰਾਸ਼ਟਰਪਤੀ ਨੂੰ ਭੇਜਤਾ ਗਿਆ। 2018 ਸਤੰਬਰ ਤੋਂ ਬਾਅਦ ਇਸ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਨਹੀਂ ਆਈ ਹੈ। ਕੇਂਦਰ ਸਰਕਾਰ ਜਾਂ ਫਿਰ ਕਹੀਏ ਕਿ ਰਾਸ਼ਟਰਪਤੀ ਵੱਲੋਂ ਠੰਡੇ ਬਸਤੇ ਜਾਂ ਕੋਲਡ ਸਟੋਰੇਜ ਦੇ ਵਿੱਚ ਰੱਖੇ ਗਏ ਇੰਡੀਅਨ ਪੀਨਲ ਕੋਡ ਪੰਜਾਬ ਅਮੈਂਡਮੈਂਟ ਬਿੱਲ 2018 ਅਤੇ CRPC ਅਮੈਂਡਮੈਂਟ ਬਿੱਲ ਪੰਜਾਬ ਅਮੈਂਡਮੈਂਟ 2018 ਦੇ ਉੱਤੇ ਦੁਬਾਰਾ ਚਰਚਾ ਦਸੰਬਰ 2021 ਵਿੱਚ ਉਸ ਵਕਤ ਛਿੜੀ ਜਦੋਂ ਕਿ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਬਹੁਤ ਹੀ ਵੱਡੀ ਘਟਨਾ ਜਿਸ ਨੇ ਸਭ ਨੂੰ ਹਿਲਾ ਕੇ ਰੱਖਤਾ। ਉਸ ਵਕਤ ਦੁਬਾਰਾ ਮੁੱਦਾ ਉਪਰਿਆ। ਇਹ ਉਹ ਸਮਾਂ ਸੀ ਜਦੋਂ ਕਿ ਸੁਲਤਾਨਪੁਰ ਲੋਧੀ ਦੇ ਵਿੱਚੋਂ ਵੀ ਜਾਂ ਕੁਝ ਪੰਜਾਬ ਦੇ ਹੋਰ ਹਿੱਸਿਆਂ ਵਿੱਚੋਂ ਵੀ ਅਜਿਹੀਆਂ ਖਬਰਾਂ ਆਣੀਆਂ ਦੁਬਾਰਾ ਸ਼ੁਰੂ ਹੋ ਗਈਆਂ। ਠੀਕ ਉਸੇ ਤਰਜ਼ ਉੱਤੇ ਜਿਵੇਂ ਕਿ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬੇਅਦਬੀ ਦੀਆਂ ਘਟਨਾਵਾਂ ਹੋਣੀਆਂ ਸ਼ੁਰੂ ਹੋਈਆਂ ਸਨ। ਇਸ ਦੇ ਪਿੱਛੇ ਕੋਈ ਨਾ ਕੋਈ ਕੋਝੀ ਸ਼ਰਾਰਤ ਹੋ ਰਹੀ ਸੀ, ਲੇਕਿਨ ਉਸ ਵਕਤ ਵੀ ਸਿਰਫ ਬਿਆਨਾਂ ਨੂੰ ਜਾਰੀ ਕਰਕੇ ਹੀ ਇਹ ਲੀਡਰਾਂ ਨੇ, ਸਿਆਸੀ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਕੇਂਦਰ ਸਰਕਾਰ ਤੇ ਰਾਸ਼ਟਰਪਤੀ ਦੇ ਨਾਲ ਸੁਹਿਰਦਤਾ ਦੇ ਨਾਲ ਇਸ ਮੁੱਦੇ ਨੂੰ ਟੇਕ ਅਪ ਪੰਜਾਬ ਦੀ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ। ਸਿਰਫ ਚਿੱਠੀਆਂ ਲਿਖੀਆਂ ਗਈਆਂ, ਇੱਕ ਪੱਤਰ ਵਿਵਹਾਰ ਦੇ ਜ਼ਰੀਏ ਕੇਂਦਰ ਸਰਕਾਰ ਤੋਂ ਲਗਾਤਾਰ ਇਹ ਮੰਗ ਹੁੰਦੀ ਰਹੀ ਕਿ ਇਹਨਾਂ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦਿੱਤੀ ਜਾਏ ਤਾਂ ਕਿ ਬੇਅਦਬੀ ਦੀ ਜਿਹੜੀ ਸਜ਼ਾਵਾਂ ਹੈਗੀਆਂ ਨੇ, ਇਸ ਕੁਕਰਮ ਦੀਆਂ ਜਿਹੜੀਆਂ ਸਜ਼ਾਵਾਂ ਹੈਗੀਆਂ ਨੇ, ਉਹਨਾਂ ਨੂੰ ਮੈਕਸਿਮਮ 3 ਸਾਲ ਤੋਂ ਵਧਾ ਕੇ ਘੱਟੋ ਘੱਟ 10 ਸਾਲ ਕੀਤਾ ਜਾਏ ਜਾਂ ਕੁਝ ਕੇਸਾਂ ਦੇ ਵਿੱਚ ਉਮਰ ਕੈਦ ਦੇ ਵਿੱਚ ਵੀ ਤਬਦੀਲ ਕੀਤਾ ਜਾ ਸਕੇ। ਲੇਕਿਨ ਇਹ ਚੀਜ਼ ਅੱਜ ਤੱਕ ਨਹੀਂ ਹੋ ਪਾਈ। ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਨੂੰ ਵੀ ਕਈ ਮਹੀਨੇ ਹੋ ਚੁੱਕੇ ਨੇ। ਸਰਕਾਰ ਦੀ ਪ੍ਰਾਇੋਰਟੀ ਲਿਸਟ ਤੇ ਇਹ ਮੁੱਦਾ ਨਜ਼ਰ ਨਹੀਂ ਆ ਰਿਹਾ। ਅੱਜ ਜਦੋਂ ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਇਸ ਚੀਜ਼ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਮਲਕੇ ਦੀ ਇੱਕ ਬੇਅਦਬੀ ਦੀ ਘਟਨਾ ਦੇ ਵਿੱਚ ਉਹਨਾਂ ਨੇ 3 ਸਾਲ ਦੀ ਸਜ਼ਾ ਦਵਾ ਕੇ ਦੋਸ਼ੀਆਂ ਨੂੰ ਇੱਕ ਬਹੁਤ ਵੱਡਾ ਮਾਰਕਾ, ਇੱਕ ਬਹੁਤ ਵੱਡੀ ਮੱਲ ਮਾਰ ਲਈ ਹੈ, ਮੈਨੂੰ ਇਹ ਬਹੁਤ ਹਾਸੋਹੀਣਾ ਲੱਗਦਾ ਹੈ। ਕਿਉਂਕਿ ਜਿਹੜੀ ਚੀਜ਼ਾਂ ਸਰਕਾਰਾਂ ਦੇ ਕਰਨ ਵਾਲੀਆਂ ਨੇ, ਜਿਹੜੇ ਅਮੈਂਡਮੈਂਟਸ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈਆਂ ਨੇ, ਕਾਨੂੰਨ ਬਣ ਕੇ, ਬਿੱਲ ਬਣ ਕੇ, ਪਾਸ ਹੋ ਕੇ, ਜਿਹੜੇ ਗਵਰਨਰ ਦਾ ਐਸੈਂਟ ਮਿਲ ਕੇ ਜਿਹੜੇ ਰਾਸ਼ਟਰਪਤੀ ਕੋਲ ਠੰਡੇ ਬਸਤੇ ਵਿੱਚ ਪਏ ਨੇ, ਉਹਨਾਂ ਨੂੰ ਉਸ ਠੰਡੇ ਬਸਤੇ ਚੋਂ ਕਢਾ ਕੇ ਮਨਜ਼ੂਰੀ ਲੈ ਕੇ ਬੇਅਦਬੀ ਦੀਆਂ ਸਜ਼ਾਵਾਂ ਨੂੰ ਹੋਰ ਸਖਤ ਕਰਨ ਬਾਰੇ ਕੋਈ ਨਹੀਂ ਸੋਚ ਰਿਹਾ। ਸਿਰਫ ਇਹਨਾਂ 3 ਸਾਲ ਦੀ ਸਜ਼ਾ ਵੀ ਕੀ ਸਾਲ ਹੈ, ਇਸ ਵਿੱਚੋਂ ਕਈ ਮਹੀਨੇ ਤਾਂ ਇਹਨਾਂ ਜਿਹੜੇ ਮੁਲਜ਼ਮਾਂ ਨੇ ਜਾਂ ਮੁਜਰਮਾਂ ਨੇ ਜੇਲ੍ਹਾਂ ਦੇ ਵਿੱਚ ਪਹਿਲਾਂ ਕੱਟ ਲਏ ਨੇ। ਤੇ ਜਿਹੜਾ ਬਚਦਾ ਸਮਾਂ ਹੈ, ਮੰਨ ਲਓ 3 ਸਾਲ ਦੀ ਕਿਸ ਨੂੰ ਸਜ਼ਾ ਹੁੰਦੀ ਹੈ, ਉਸ ਦੇ ਵਿੱਚੋਂ ਜੇ ਆਪਾਂ ਸਾਰੀਆਂ ਛੁੱਟੀਆਂ ਵਗੈਰਾ ਕੱਢ ਦਈਏ, ਉਹ ਛੁੱਟੀਆਂ ਰਿਆਇਤਾਂ ਜੋ ਕਿ ਸਰਕਾਰਾਂ ਦੇ ਦਿੰਦੀਆਂ ਨੇ, ਅਕਸਰ 26 ਜਨਵਰੀ 15 ਅਗਸਤ ਦੇ ਮੌਕੇ ਕੁਝ ਹੋਰ ਵੀ ਵੱਡੀਆਂ ਮਾਫੀਆਂ ਅਨਾਉਂਸ ਕਰ ਦਿੱਤੀਆਂ ਜਾਂਦੀਆਂ ਨੇ, ਲੈ ਦੇ ਕੇ 3 ਸਾਲ ਦੀ ਸਜ਼ਾ ਵੀ ਘੱਟ ਕੇ 2 ਸਾਲ ਰਹਿ ਜਾਂਦੀ ਹੈ, ਜਿਸ ਵਿੱਚੋਂ ਕਈ ਮਹੀਨੇ ਇਹਨਾਂ
ਦੋਸ਼ੀਆਂ ਨੇ ਪਹਿਲਾਂ ਹੀ ਜੇਲਾਂ ਕੱਟ ਲਈਆਂ ਨੇ। ਸੋ ਜੇ ਮੈਂ ਗਲਤ ਨਹੀਂ ਹੋਵਾਂਗਾ ਤਾਂ 1.25 ਤੋਂ ਲੈ ਕੇ 2 ਸਾਲ ਦਾ ਸਿਰਫ ਸਮਾਂ ਹੋਏਗਾ, ਜੋ ਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਦੋਸ਼ੀ ਪਾਏ ਗਏ ਇਹ ਜਿਹੜੇ ਮੁਜਰਮ ਹੈਗੇ ਨੇ ਇਹਨਾਂ ਨੂੰ ਜੇਲਾਂ ਵਿੱਚ ਕੱਟਣਾ ਪਏਗਾ। ਇਹ ਕਿੱਡੀ ਕੁ ਵੱਡੀ ਸਜ਼ਾ ਹੈ। ਬੀਤੇ 6 ਜਾਂ 7 ਸਾਲਾਂ ਦੌਰਾਨ ਜਿਹੜੀ ਇੱਕ ਸਿਆਸੀ ਕਾਵਾਂ ਰੋਲੀ ਆਪਾਂ ਬੇਅਦਬੀਆਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਵੇਖੀ ਹੈ। ਸਾਡੀ ਪੋਲੀਟੀਕਲ ਪਾਰਟੀਆਂ ਨੇ ਇੱਕ ਦੂਸਰੇ ਉੱਤੇ ਕਿਸ ਤਰੀਕੇ ਦਾ ਸਿਆਸੀ ਕਿੱਚੜ ਉਛਾਲਿਆ ਹੈ। 9-9 10-10 ਸਿੱਟਾਂ, ਕਈ ਕਮਿਸ਼ਨ, ਇੱਕ ਦੂਸਰੇ ਉੱਤੇ ਦੂਸ਼ਣ, ਸਿਆਸਤ, ਚੋਣਾਂ ਦੇ ਉੱਤੇ ਪ੍ਰਭਾਵ ਪਾਉਣ ਦੇ ਨਜ਼ਰੀਏ ਦੇ ਨਾਲ ਬੇਅਦਬੀ ਦੇ ਮੁੱਦਿਆਂ ਨੂੰ ਇੱਕ ਨੈਰੇਟਿਵ ਬਣਾ ਕੇ ਕੁਝ ਪਾਰਟੀਆਂ ਨੇ, ਲੀਡਰਾਂ ਨੇ ਉਭਾਰਿਆ। ਕੁਝ ਪਾਰਟੀਆਂ ਉਸ ਦੇ ਟਾਰਗੇਟ ਤੇ ਰਹੀਆਂ, ਨਿਸ਼ਾਨੇ ਉੱਤੇ ਰਹੀਆਂ। ਅੱਜ ਉਹ ਆਪਣੇ ਦਾਮਨ ਨੂੰ ਪਾਕ ਸਾਫ਼ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਐਡਾ ਵੱਡਾ ਸਿਆਸੀ ਰੌਲਾ ਰੱਪਾ ਪਿਆ ਇਹਨਾਂ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਤੇ ਸਜ਼ਾਵਾਂ ਮਹਿਜ਼ 3-3 ਸਾਲ, ਉਹ ਵੀ ਕੱਟ ਕੇ 1.25 ਜਾਂ 2 ਸਾਲ ਰਹਿ ਜਾਣੀ ਹੈ। ਸੋ ਹਾਸਲ ਕੀ ਹੋਇਆ? ਹਾਸਲ ਕੁਝ ਵੀ ਨਹੀਂ ਹੋਇਆ। ਜੇ ਆਪਾਂ ਬੇਅਦਬੀਆਂ ਦੇ ਨਾਂ ਦੇ ਉੱਤੇ ਕਿਸੇ ਇਨਸਾਫ ਦੀ ਗੱਲ ਕਰਦੇ ਪਏ ਹਾਂ ਤਾਂ ਕੀ 2-2.25 ਸਾਲ ਜਾਂ ਸ਼ਾਇਦ ਇਸ ਤੋਂ ਵੀ ਘੱਟ ਸਜ਼ਾ ਪਾ ਕੇ ਉਹ ਇਨਸਾਫ ਮੰਨਿਆ ਜਾ ਸਕਦਾ ਹੈ? ਜਿਹੜੇ ਤਜਵੀਜ਼ਾਂ, ਜਿਹੜੇ ਕਾਨੂੰਨ ਪੰਜਾਬ ਵਿਧਾਨ ਸਭਾ ਨੇ ਖੁਦ ਇੰਨੇ ਸਾਲਾਂ ਦੇ ਵਿੱਚ 2-2 ਵਾਰ ਪਾਸ ਕੀਤੇ, ਉਹਨਾਂ ਨੂੰ ਕਈ ਵਾਰ ਵੈਟ ਕਰਾ ਕੇ ਕੇਂਦਰ ਨੂੰ ਭੇਜਿਆ, ਅੱਜ ਉਹਨਾਂ ਲਈ ਇਹ ਸਿਆਸੀ ਪਾਰਟੀਆਂ ਕੋਈ ਲਾਮਬੰਦੀ ਕਿਉਂ ਨਹੀਂ ਕਰ ਰਹੀਆਂ? ਅੱਜ ਰਾਘਵ ਚੱਡੇ ਵਰਗੇ, ਹਰਪਾਲ ਚੀਮੇ ਵਰਗੇ ਜਾਂ ਫਿਰ ਅਕਾਲੀ ਦਲ ਦੇ ਜਿਹੜੇ ਬੁਲਾਰੇ ਨੇ, ਇਹਨਾਂ ਤੋਂ ਇਹ ਸਵਾਲ ਪੁੱਛਣ ਦੀ ਲੋੜ ਕਿਉਂ ਨਹੀਂ ਹੈ ਕਿ ਤੁਸੀਂ ਕਾਨੂੰਨ ਨੂੰ ਸਖਤ ਕਰਾਉਣ ਲਈ ਕੀ ਕੁਝ ਕਰ ਰਹੇ ਹੋ? ਜਿਹੜੇ ਤੁਹਾਡੇ ਬਿੱਲ ਰਾਸ਼ਟਰਪਤੀ ਕੋਲ ਪਏ ਨੇ ਉਹਨਾਂ ਨੂੰ ਮਨਜ਼ੂਰੀ ਦਿਵਾਉਣ ਲਈ ਤੁਸੀਂ ਕੀ ਕੁਝ ਕੀਤਾ ਹੈ? ਇਹ ਸਜ਼ਾਵਾਂ 3-3 ਸਾਲ ਦੀਆਂ ਸਜ਼ਾਵਾਂ ਨਾ ਹੋ ਕੇ 10-10 ਸਾਲ ਹੁੰਦੀਆਂ। ਇਸ ਲਈ ਤੁਹਾਡੀ ਕੀ ਲਾਮਬੰਦੀ ਰਹੀ ਹੈ? ਕੀ ਤੁਹਾਡੀ ਐਫਰਟ ਰਹੀ ਹੈ ਕਿ ਅੱਜ ਇਹ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਜਿਹੜੇ ਦੋਸ਼ੀਆਂ ਨੂੰ ਸੁਣਾਈ ਗਈ ਹੈ, ਇਸ ਨੂੰ ਆਪਾਂ ਇਸ ਸਰਕਾਰ ਦੀ ਜਾਂ ਕਿਸੇ ਵੀ ਸਿਆਸੀ ਪਾਰਟੀ ਦੀ ਕਾਮਯਾਬੀ ਜਾਂ ਉਸ ਦੀ ਇੱਕ ਉਪਲਬਧੀ ਮੰਨੀਏ ਜਾਂ ਫਿਰ ਇਸ ਨੂੰ ਇੱਕ ਨਲਾਇਕੀ ਮੰਨਿਆ ਜਾਏ? ਬੇਅਦਬੀਆਂ ਦੇ ਖਿਲਾਫ ਉਲੀਕੇ ਗਏ ਸਖਤ ਕਾਨੂੰਨਾਂ ਨੂੰ ਠੰਡੇ ਬਸਤਿਆਂ ਦੇ ਵਿੱਚ ਪਏ 6-6 ਸਾਲ ਹੋ ਚੁੱਕੇ ਹੋਣ ਤੇ ਸਾਡੀ ਸਿਆਸੀ ਪਾਰਟੀਆਂ ਅਜੇ ਵੀ ਆਪਣੀਆਂ ਪਿੱਠ ਥਪਥਪਾ ਰਹੀਆਂ ਨੇ ਕਿ ਉਹਨਾਂ ਨੇ 3 ਸਾਲ ਦੀਆਂ ਸਜ਼ਾਵਾਂ ਕਰਾ ਕੇ ਬਹੁਤ ਵੱਡੀ ਪ੍ਰਾਪਤੀ ਕਰ ਲਈ ਹੈ। ਮੈਨੂੰ ਲੱਗਦਾ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਕੋਈ ਨਹੀਂ ਹੈ। ਇਹਨਾਂ ਲੀਡਰਾਂ ਨੂੰ ਇਹ ਭੁੱਖੇ ਨੇ, ਬੇਸਿਕਲੀ ਇਹ ਸਿਆਸੀ ਸ਼ੋਹਰਤ ਦੇ ਭੁੱਖੇ ਨੇ। ਕ੍ਰੈਡਿਟ ਵਾਰ ਦੇ ਵਿੱਚ ਆਪਣੇ ਜਿਹੜੇ ਸਿਆਸੀ ਨੰਬਰ ਬਣਾਉਣ ਦੇ ਚੱਕਰਾਂ ਦੇ ਵਿੱਚ ਇਹ ਲੋਕ ਭੁੱਲ ਜਾਂਦੇ ਨੇ ਵੀ ਇਹਨਾਂ ਦੀ ਅਸਲ ਜ਼ਿੰਮੇਵਾਰੀਆਂ ਕੀ ਨੇ। ਬਤੌਰ ਸਿਆਸੀ ਪਾਰਟੀਆਂ, ਬਤੌਰ ਸਰਕਾਰਾਂ ਤੇ ਬਤੌਰ ਵਿਧਾਇਕ ਇਹ ਲੋਕ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕਰਾ ਪਾ ਰਹੇ। ਕੇਂਦਰ ਸਰਕਾਰ ਤੋਂ ਇਹ ਉਹ ਸਖਤ ਬੇਅਦਬੀ ਲਈ ਸਜ਼ਾਵਾਂ ਮਨਜ਼ੂਰ ਨਹੀਂ ਕਰਾ ਪਾ ਰਹੇ ਤੇ ਜਦੋਂ ਵੀ ਅਦਾਲਤ ਵੱਲੋਂ ਅਜਿਹੀਆਂ ਛੋਟੀਆਂ-ਮੋਟੀਆਂ ਸਜ਼ਾਵਾਂ ਸੁਣਾਤੀਆਂ ਜਾਂਦੀਆਂ ਨੇ ਤਾਂ ਇਹ ਸਾਰੇ ਲੋਕ ਇਕੱਠੇ ਹੋ ਕੇ ਆ ਜਾਂਦੇ ਨੇ ਇਸ ਚੀਜ਼ ਦਾ ਕ੍ਰੈਡਿਟ ਲੈਣ ਲਈ ਕਿ ਇਹ ਸਾਡੀ ਸਰਕਾਰ ਦੇ ਵਕਤ ਦੀ ਪੁਲਿਸ ਜਾਂ ਇਨਵੈਸਟੀਗੇਸ਼ਨ ਟੀਮਾਂ ਨੇ ਕੇਸ ਦੀ ਤਫਤੀਸ਼ ਕੀਤੀ ਜਾਂ ਫਿਰ ਸਾਡੀ ਮੌਜੂਦਾ ਸਰਕਾਰ ਦੇ ਵਕਤ ਇਹ ਫੈਸਲੇ ਆਏ। ਇਹ ਸਾਰੀਆਂ ਗੱਲਾਂ ਬਾਤਾਂ ਇਤਫਾਕ ਦੀਆਂ ਨੇ। ਨਾ ਤਾਂ ਅਕਾਲੀ ਦਲ ਦੀ ਸਰਕਾਰ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਚੀਜ਼ ਦਾ ਸਿਹਰਾ ਆਪਣੇ ਸਿਰ ਲੈ ਸਕਦੀ ਹੈ। ਹਾਂ, ਪਿਛਲੇ 5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਾਂ ਕਾਂਗਰਸ ਦੀ ਸਰਕਾਰ ਦੇ ਵੇਲੇ ਇਹਨਾਂ ਇਨਵੈਸਟੀਗੇਸ਼ਨਸ ਨੂੰ ਅੱਗੇ ਤੋਰਿਆ ਗਿਆ। ਇਹ ਟਰਾਇਲ ਉਹਨਾਂ ਦਿਨਾਂ ਦੇ ਵਿੱਚ ਚੱਲੇ, ਉਹਨਾਂ ਵਕਤਾਂ ਦੇ ਵਿੱਚ ਚੱਲੇ ਤੇ ਇਹ ਵੱਖਰੀ ਗੱਲ ਹੈ ਕਿ ਜਦ ਤੱਕ ਇਹ ਨਤੀਜੇ ਅਦਾਲਤਾਂ ਦੇ ਵਿੱਚ ਉੱਭਰੇ, ਸਜ਼ਾਵਾਂ ਹੋਈਆਂ ਤਾਂ ਫਿਰ ਸਰਕਾਰ ਬਦਲ ਚੁੱਕੀ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਚੁੱਕੀ ਸੀ। ਸੋ ਆਮ ਆਦਮੀ ਪਾਰਟੀ ਨੂੰ ਕਿਸ ਚੀਜ਼ ਦਾ ਕ੍ਰੈਡਿਟ ਹੈ ਜਾਂ ਅਕਾਲੀ ਦਲ ਨੂੰ ਕਿਸ ਚੀਜ਼ ਦਾ ਕ੍ਰੈਡਿਟ ਦਿੱਤਾ ਜਾ ਸਕਦਾ ਹੈ? ਕਾਂਗਰਸ ਨੂੰ ਵੀ ਕਿਸੇ ਚੀਜ਼ ਦਾ ਕ੍ਰੈਡਿਟ ਨਹੀਂ ਦਿੱਤਾ ਜਾ ਸਕਦਾ। ਇਹ ਸਾਰੀਆਂ ਗੱਲਾਂ ਬਾਤਾਂ ਤਾਂ ਅਦਾਲਤਾਂ ਨੇ ਆਪਣੇ ਫੈਸਲਿਆਂ ਦੇ ਵਿੱਚ ਤੈਅ ਕੀਤੀਆਂ ਨੇ ਤੇ ਪ੍ਰੋਸੀਕਿਊਸ਼ਨ ਤੇ ਇਨਵੈਸਟੀਗੇਟਿੰਗ ਅਫਸਰਾਂ ਨੇ ਆਪਣਾ ਕੰਮ ਕੀਤਾ ਹੈ। ਆਮ ਆਦਮੀ ਪਾਰਟੀ, ਅਕਾਲੀ ਦਲ ਵਰਗੀ ਪਾਰਟੀਆਂ ਨੂੰ ਕ੍ਰੈਡਿਟ ਕਿਸ ਚੀਜ਼ ਦਾ ਦਿੱਤਾ ਜਾਏ? ਨਾ ਹੀ ਕ੍ਰੈਡਿਟ ਸ਼ਾਇਦ ਕਾਂਗਰਸ ਦੀ ਸਰਕਾਰ ਨੂੰ ਦਿੱਤਾ ਜਾ ਸਕਦਾ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਨੇ ਤਾਂ ਬੇਅਦਬੀ ਦੇ ਮੁੱਦਿਆਂ ਦੇ ਉੱਤੇ ਸਿਆਸਤ ਹੀ ਕੀਤੀ ਹੈ ਤੇ ਅੱਜ ਵੀ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ਤੋਂ ਬਾਅਦ ਸਿਆਸੀ ਰੋਟੀਆਂ ਸੇਕਣ ਲਈ ਹੀ ਇਹ ਪਾਰਟੀ ਦੇ ਲੀਡਰ ਇਸ ਤਰੀਕੇ ਦੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ਅਸਲ ਵਿੱਚ ਇਹਨਾਂ ਦਾ ਜਿਹੜਾ ਕੰਮ ਕਰਨ ਵਾਲਾ ਸੀ ਉਸ ਤੋਂ ਇਹ ਬਿਲਕੁਲ ਦੂਰ ਹੈਗੇ ਨੇ। ਅਣਗੌਲਿਆ ਕੀਤਾ ਹੋਇਆ ਇਸ ਪੂਰੇ ਦੇ ਪੂਰੇ ਇਸ਼ੂ ਨੂੰ। ਆਸ ਇਹ ਕੀਤੀ ਜਾਂਦੀ ਹੈ ਕਿ ਹੁਣ ਇਹ ਲੋਕ ਜਾਗਣ ਤੇ ਆਉਣ ਵਾਲੇ ਜਿਹੜੇ ਕੇਸਿਸ ਨੇ ਅਦਾਲਤਾਂ ਦੇ ਵਿੱਚ ਹਲੇ ਹੋਰ ਬਹੁਤ ਸੇ ਟਰਾਇਲ ਪੈਂਡਿੰਗ ਨੇ, ਮੁਕੱਦਮੇ ਜਾਰੀ ਨੇ, 4 ਸੀਟਾਂ ਹੋ ਚੁੱਕੀਆਂ ਨੇ। ਬਰਗਾੜੀ, ਬੁਰਜਵਾਰ ਸਿੰਘ ਵਾਲਾ, ਪੋਸਟਰ ਵਿਵਾਦ, ਗੁਰੂਸਰ ਦੇ ਜਿਹੜੇ ਇਨਵੈਸਟੀਗੇਸ਼ਨਸ ਕੇਸਿਸ ਹੈਗੇ ਨੇ ਉਹਨਾਂ ਦੇ ਵਿੱਚ ਫੈਸਲੇ ਆਣੇ ਅਜੀ ਬਾਕੀ ਨੇ ਤੇ ਉਹਨਾਂ ਕੇਸਾਂ ਦੇ ਵਿੱਚ ਵੀ ਜੇ ਸਿਰਫ 3-3 ਸਾਲ ਦੀਆਂ ਸਜ਼ਾਵਾਂ ਹੀ ਹੋਈਆਂ ਤਾਂ ਫਿਰ ਉਹਨਾਂ ਸਜ਼ਾਵਾਂ ਨੂੰ ਆਪਾਂ ਕਿਹੜਾ ਇਨਸਾਫ ਕਹਾਂਗੇ? ਸੋ ਇਹਨਾਂ ਪਾਰਟੀਆਂ ਨੂੰ ਨੀਂਦ ਤੋਂ ਉੱਠਣ ਦੀ ਲੋੜ ਹੈ। ਜਿਸ ਚੀਜ਼ ਨੂੰ ਇਹ ਪ੍ਰਾਪਤੀ ਦੱਸ ਰਹੇ ਨੇ ਉਹ ਪ੍ਰਾਪਤੀ ਨਹੀਂ, ਬੇਸਿਕਲੀ ਇਹਨਾਂ ਦੀ ਇੱਕ ਵੱਡੀ ਨਾਕਾਮਯਾਬੀ ਹੈ ਕਿਉਂਕਿ ਸਖਤ ਕਾਨੂੰਨ ਉਲੀਕਣ ਤੇ ਬਣਾਉਣ ਦੇ ਬਾਵਜੂਦ, ਵਿਧਾਨ ਸਭਾ ਦੇ ਵਿੱਚ ਪਾਸ ਕਰਾਉਣ ਦੇ ਬਾਵਜੂਦ ਵੀ ਇਹ ਲੋਕ ਉਹਨਾਂ ਕਾਨੂੰਨਾਂ ਨੂੰ ਅੱਜ ਤੱਕ ਲਾਗੂ ਨਹੀਂ ਕਰਾ ਪਾਏ।
ਉਸ ਲਈ ਕੋਈ ਵੀ ਵਿਉਂਤਬੰਦੀ ਇਹ ਲੋਕ ਨਹੀਂ ਕਰ ਪਾਏ। ਸੋ ਆਸ ਕਰਦਾ ਕਿ ਇਸ ਰਿਪੋਰਟ ਤੋਂ ਬਾਅਦ ਸਰਕਾਰਾਂ ਦੀ ਅੱਖ ਖੁੱਲੇਗੀ ਤੇ ਮੁੱਦੇ ਨੂੰ ਇੱਕ ਨਵੀਂ ਸਰਗਰਮੀ ਦੇ ਨਾਲ ਪੰਜਾਬ ਸਰਕਾਰ ਕੇਂਦਰ ਦੇ ਨਾਲ ਟੇਕ ਅਪ ਕਰੇਗੀ ਤੇ ਉਹ ਕਾਨੂੰਨ 295AA ਉਸ ਧਾਰਾ ਨੂੰ ਲਾਗੂ ਕਰਾਉਣ ਦੇ ਵਿੱਚ ਰਾਸ਼ਟਰਪਤੀ ਤੋਂ ਉਸ ਦੀ ਮਨਜ਼ੂਰੀ ਦਿਵਾਉਣ ਦੇ ਵਿੱਚ ਕਾਮਯਾਬੀ ਮਿਲ ਪਾਏਗੀ। ਜੇ ਕੇਂਦਰ ਦੇ ਕੋਈ ਇਤਰਾਜ਼ ਹੈਗੇ ਨੇ, ਕਿਉਂਕਿ ਇਹ ਮੰਨਿਆ ਗਿਆ ਹੈ ਵਿਧਾਨ ਸਭਾ ਦੇ ਵਿੱਚ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਦੋਂ ਇਸ ਮੁੱਦੇ ਉੱਤੇ ਚਰਚਾ ਹੋ ਰਹੀ ਸੀ, ਤਕਰੀਰ ਕਰ ਰਹੇ ਸਨ, ਉਸ ਵਕਤ ਇੱਕ ਭਾਰਤ ਸਰਕਾਰ ਦੇ ਵਕੀਲਾਂ ਦਾ ਇੱਕ ਇਤਰਾਜ਼ ਦਾ ਜ਼ਿਕਰ ਵਿਧਾਨ ਸਭਾ ਦੇ ਵਿੱਚ ਹੋਇਆ ਸੀ। ਦੱਸਿਆ ਗਿਆ ਸੀ ਕਿ ਇਹ ਜਿਹੜੀ ਸਜ਼ਾ ਹੈ यानी कि 10 साल की कैद की सज़ा है या फिर उम्र कैद की सज़ा है, इसनू 295A या 295AA के संदर्भ ਦੇ ਵਿੱਚ कुछ ज़्यादा सख्त मन रही है केंद्र सरकार। सो जे अजिही कोई गलबात है तो फिर उस गलबात ਨੂੰ क्लैरीफाई करने की लोड़ है तो उस दे उत्ते एक एक्शन लैन की लोड़ है। तुसीं या तो केंद्र सरकार ਨੂੰ समझा दो या फिर उन्हां तो समझ लो, लेकिन जो भी करना है उसनू किया जाए ताकि अगले अदालतों के जिहड़े फैसले आने वाले ने होर बेदबी के केसां दे विच उस दे विच सज़ावां 3-3 साल ना होण ते बनदियां सज़ावां ज़्यादा होण। हालांकि ये भी कानूनी पक्ष रहेगा कि जे कानून नवा बन जाता है तो कि चलते हुए ट्रायल्स दे विच नवीं सज़ावां लागू होणगियां या फिर रेट्रोस्पैक्टिव सज़ावां, यानी कि 3 साल की ही जिहड़ी मैक्सीमम सज़ा 295A के तहत दी जाती है ਉਹੀ लागू रहेगी। सो सारियां गल्लां बातां विचार मंगदियां ने। सियासी क्रेडिट ते इस होड़ दे विच अपने नंबर बनाउण तो उत्ते उठ के ना सियासी पार्टियां नूं केंद्र दे नाल गल करन दी ते उस उत्ते दबाव बनाउण दी लोड़ है, जो कि जिन्नी छेती कर लिया जाए बेहतर होएगा। अज दी रिपोर्ट इत्थों तक ही सी। बहुत बहुत धन्यवाद इस रिपोर्ट नूं वेखण लई। थैंक यू सो मच। ते अपनी फीडबैक ते अपने कॉमेंट जरूर इस रिपोर्ट बारे कॉमेंट सैक्शन दे विच लिखो। एक होर रिपोर्ट लैके कल फिर हाज़र होवांगा। थैंक यू सो मच।